ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਆਪਣੀ ਇਸ ਕਥਾ ਵਿਚਾਰ ਦਾ ਵਿਸ਼ਾ ਹੈ ਜਪਜੀ ਸਾਹਿਬ ਦੇ ਅਨੁਸਾਰ ਅੰਮ੍ਰਿਤ ਵੇਲੇ ਉੱਠਣ ਦੇ ਲਾਭ। ਸਤਿਗੁਰੂ ਨੇ ਫਰਮਾਇਆ ਹੈ ਕਿ ਜਪਜੀ ਸਾਹਿਬ 5 ਹਿੱਸਿਆਂ ਦੇ ਵਿੱਚ 5 ਖੰਡਾਂ ਦੇ ਵਿੱਚ ਵੰਡਿਆ ਹੈ: ਧਰਮ, ਗਿਆਨ, ਸਰਮ, ਕਰਮ ਅਤੇ ਸੱਚ। ਇਹ 5 ਖੰਡ ਨੇ ਜਪਜੀ ਸਾਹਿਬ ਦੇ ਵਿੱਚ। ਧਰਮ ਤੋਂ ਯਾਤਰਾ ਆਰੰਭ ਹੁੰਦੀ ਹੈ ਤੇ ਸੱਚ ਤੱਕ ਜਾਂਦੀ ਹੈ। ਧਰਮ ਅਤੇ ਗਿਆਨ ਦਾ ਬੜਾ ਡੂੰਘਾ ਸੰਬੰਧ ਹੈ। ਜਿੰਨਾ ਚਿਰ ਗਿਆਨ ਨਹੀਂ ਉਹਨਾਂ ਚਿਰ ਆਪਾਂ ਧਰਮੀ ਨਹੀਂ ਬਣ ਸਕਦੇ। ਧਰਮੀ ਬਣਨਾ ਬੜਾ ਮੁਸ਼ਕਲ ਹੈ ਜੇਕਰ ਆਪਣੇ ਕੋਲੇ ਗਿਆਨ ਨਹੀਂ ਹੈ। ਸਤਿਗੁਰੂ ਜੀ ਫਰਮਾਉਂਦੇ ਨੇ, ਧਰਮ ਫੁੱਲ ਤੇ ਫਲ ਗਿਆਨ। ਧਰਮ ਦੇ ਫੁੱਲਾਂ ਨੂੰ ਗਿਆਨ ਦਾ ਫਲ ਲੱਗਦਾ ਹੈ। ਧਰਮ ਨੇ ਸਾਡੇ ਹੱਥ ਵਿੱਚ ਕੜਾ ਪਵਾਇਆ, ਪਰ ਗਿਆਨ ਨੇ ਸਾਨੂੰ ਇਹ ਦੱਸਣਾ ਹੈ ਕਿ ਕੜੇ ਦਾ ਮਤਲਬ ਕੀ ਹੈ। ਸਤਿਗੁਰ ਨੇ ਕੜਾ ਪਾਉਣ ਲਈ ਕਿਉਂ ਕਿਹਾ ਸੀ, ਇਹ ਪਤਾ ਵੀ ਹੋਣਾ ਚਾਹੀਦਾ ਨਾ ਸਾਨੂੰ। ਸੋ ਗਿਆਨ ਦਾ ਬੜਾ ਮਹੱਤਵ ਹੈ ਧਰਮ ਦੇ ਵਿੱਚ। ਕੜਾ ਸਤਿਗੁਰ ਨੇ ਪਵਾਇਆ ਸੀ, ਹੇ ਭਾਈ, ਇਹ ਹੱਥ ਤੇਰਾ ਕਿਸੇ ਪਰਾਈ ਧੀ ਨੂੰ ਨਾ ਲੱਗੇ। ਇਹ ਹੱਥ ਕੋਈ ਝੂਠੀ ਗਵਾਹੀ ਨਾ ਦਵੀਂ ਇਸ ਹੱਥ ਦੇ ਨਾਲ, ਇਸ ਕਰਕੇ ਕੜਾ ਪਵਾਇਆ ਸੀ। ਇਸ ਹੱਥ ਦੇ ਨਾਲ ਕਿਸੇ ਦਾ ਪੈਸਾ ਨਾ ਖਾਵੀਂ। ਕੜਾ ਪਾ ਕੇ ਇਸ ਹੱਥ ਦੇ ਨਾਲ ਕੋਈ ਬੁਰਾ ਕੰਮ ਨਹੀਂ ਕਰਨਾ। ਪਰ ਅਸੀਂ ਇੰਨੇ ਕੁ ਬੁਰੇ ਕੰਮ ਕਰਕੇ ਵੀ ਕਹਿੰਦੇ ਹਾਂ ਕਿ ਅਸੀਂ ਧਰਮੀ ਹਾਂ, ਕਿਉਂਕਿ ਸਾਨੂੰ ਗਿਆਨ ਨਹੀਂ ਹੈ। ਗਿਆਨੀ ਦੇ ਕੋਲ ਧਰਮ ਦਾ ਬੂਟਾ ਹੋਵੇ ਤਾਂ ਬੜੇ ਫਲ ਲੱਗਦੇ ਨੇ। ਪਰਾਇਆ ਧਨ, ਪਰਾਈ ਇਸਤਰੀ ਜਿਸ ਦੇ ਮਨ ਵਿੱਚੋਂ ਨਿਕਲ ਗਈ, ਉਸ ਦੇ ਘਰ ਵਿੱਚ ਰੱਬ ਚੌਂਕੜਾ ਮਾਰ ਕੇ ਬੈਠ ਜਾਂਦਾ ਹੈ। ਸਤਿਗੁਰੂ ਜੀ ਫਰਮਾਉਂਦੇ ਨੇ, ਪਰ ਧਨ ਪਰ ਦਾਰਾ ਪਰ ਹਰੀ, ਤਾਂ ਕਿ ਨਿਕਟ ਬਸੈ ਨਰ ਹਰੀ। ਜਿਹੜੇ ਇਨਸਾਨ ਦਾ ਕਰੈਕਟਰ ਉੱਚਾ ਹੈ, ਜਿਹੜਾ ਕਿਸੇ ਦਾ ਪੈਸਾ ਨਹੀਂ ਮਾਰਦਾ, ਜਿਹੜਾ ਕਿਸੇ ਪਰਾਏ ਰੂਪ ਨੂੰ ਨਹੀਂ ਦੇਖਦਾ, ਰੱਬ ਉਸ ਦੇ ਘਰ ਵਿੱਚ ਰਹਿਣ ਲੱਗ ਜਾਂਦਾ ਹੈ। ਧਰਮ ਤੋਂ ਅਗਲਾ ਸਟੈਪ ਹੁੰਦਾ ਹੈ ਗਿਆਨ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੈ ਕਰਮ। ਧਰਮੀ ਨੂੰ ਗਿਆਨੀ ਹੋਣਾ ਬੜਾ ਜ਼ਰੂਰੀ ਹੈ। ਗਿਆਨੀ ਦੀ ਜ਼ਿੰਦਗੀ ਦੇ ਵਿੱਚ 4 ਫੁੱਲ ਖਿੜੇ ਨੇ। ਇਹ 4 ਫੁੱਲ ਕਿਹੜੇ ਨੇ? ਨਾਦ, ਵਿਨੋਦ, ਕੂੜ, ਆਨੰਦ। ਇਸ ਦਾ ਵੀ ਜ਼ਿਕਰ ਜਪਜੀ ਸਾਹਿਬ ਦੇ ਵਿੱਚ ਹੈ। ਨਾਦ ਹੁੰਦਾ ਹੈ ਗੀਤ, ਗੁਣਗੁਣਾਉਣਾ। ਸਤਿਗੁਰ ਦਾ ਪਿਆਰਾ ਹਮੇਸ਼ਾ ਉਸਦੀ ਉਸਤਤ, ਉਸਦੀ ਮਹਿਮਾ ਦਾ ਗੁਣਗਾਨ ਕਰਦਾ ਰਹਿੰਦਾ ਹੈ। ਵਿਨੋਦ ਹੁੰਦਾ ਹੈ ਹਾਸਾ। ਸਤਿਗੁਰ ਦਾ ਪਿਆਰਾ ਹਮੇਸ਼ਾ ਹੱਸਦਾ ਰਹਿੰਦਾ ਹੈ, ਚਾਹੇ ਕਿੰਨੀ ਵੀ ਮੁਸ਼ਕਲ ਦੇ ਵਿੱਚ, ਕਿੰਨੀ ਵੀ ਔਖੀ ਘੜੀ ਦੇ ਵਿੱਚ, ਔਕੜਾਂ ਦੇ ਵਿੱਚੋਂ ਲੰਘਦਾ ਹੋਵੇ, ਉਸਦੇ ਚਿਹਰੇ ਤੇ ਹਾਸਾ ਜ਼ਰੂਰ ਰਹਿੰਦਾ ਹੈ। ਜਦੋਂ ਗਿਆਨ ਆ ਜਾਂਦਾ ਤਾਂ ਇਹ ਅਵਸਥਾ ਬਣ ਜਾਂਦੀ ਹੈ ਨਾਦ, ਵਿਨੋਦ, ਕੋੜ ਤੇ ਆਨੰਦ। ਨਾ ਉਹਦਾ ਕੋਈ ਨਾਦ ਖੋ ਸਕਦਾ ਹੈ, ਨਾ ਉਹਦਾ ਕੋਈ ਹਾਸਾ ਖੋ ਸਕਦਾ ਹੈ, ਨਾ ਉਹਦੀ ਕੋਈ ਖੁਸ਼ੀ ਖੋ ਸਕਦਾ ਤੇ ਨਾ ਹੀ ਉਹਦਾ ਕੋਈ ਖੇੜਾ ਖੋ ਸਕਦਾ ਹੈ ਜਦੋਂ ਉਹਨੂੰ ਗਿਆਨ ਆ ਜਾਂਦਾ ਹੈ। ਗਿਆਨ ਤੋਂ ਅੱਗੇ ਕੀ ਹੁੰਦਾ ਹੈ? ਸਰਮਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਏ ਬਹੁਤ ਅਨੂਪ। ਜਦੋਂ ਇਨਸਾਨ 2 ਪੌੜੀਆਂ ਚੜ੍ਹ ਗਿਆ, ਧਰਮ ਦੀ ਅਤੇ ਗਿਆਨ ਦੀ, ਫਿਰ ਸਰਮਖੰਡ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਸੁਰਤ ਪ੍ਰਵੇਸ਼ ਕਰਦੀ, ਉਹਦਾ ਸਰੀਰ ਨਹੀਂ ਪ੍ਰਵੇਸ਼ ਕਰਦਾ। ਜਦੋਂ ਕੋਈ ਗੁਰਮੁਖ ਅੰਮ੍ਰਿਤ ਵੇਲੇ ਉੱਠ ਕੇ 2 ਵਜੇ ਜਾਂ 3 ਵਜੇ ਉੱਠ ਕੇ ਪਰਮਾਤਮਾ ਦਾ ਨਾਮ ਜਪਦਾ ਹੈ, ਵਾਹਿਗੁਰੂ ਦਾ ਜਾਪ ਕਰਦਾ ਹੈ ਜਾਂ ਅੰਮ੍ਰਿਤ ਵੇਲਾ ਸੰਭਾਲ ਲੈਂਦਾ ਹੈ, ਉਹ ਆਪਣੇ ਆਪ 'ਚ ਇੱਕ ਨਵਾਂ ਇਨਸਾਨ ਬਣ ਜਾਂਦਾ। ਤੁਸੀਂ ਵੀ ਜੇ ਕੋਈ ਹਜੇ ਤੱਕ ਅੰਮ੍ਰਿਤ ਵੇਲਾ ਨਹੀਂ ਸਾਂਭਦਾ ਤਾਂ ਇੱਕ ਵਾਰੀ ਕਰਕੇ ਦੇਖੋ। ਇਸ ਤਰ੍ਹਾਂ ਮਹਿਸੂਸ ਹੋਵੇਗਾ ਜਿਵੇਂ ਕੋਈ ਨਵੀਂ ਚੀਜ਼ ਅੰਦਰ ਘੜੀ ਜਾਂਦੀ ਹੋਵੇ। ਜੇ ਕੋਈ ਵੀਰ ਭੈਣ ਆਖੇ ਕਿ ਮੇਰੀ ਨਿੰਦਿਆ ਕਰਨ ਦੀ ਆਦਤ ਹੈ, ਚੁਗਲੀ ਕਰਨ ਦੀ ਆਦਤ ਹੈ, ਛੁੱਟਦੀ ਨਹੀਂ, ਸ਼ਰਾਬ ਪੀਣ ਦੀ ਆਦਤ ਹੈ ਜਾਂ ਕੋਈ ਵਕਾਰ ਹੈ, ਛੁੱਟਦਾ ਨਹੀਂ, ਜਾਂ ਈਰਖਾ ਕਰਨ ਦੀ ਆਦਤ ਹੈ, ਛੁੱਟਦਾ ਨਹੀਂ, ਤਾਂ ਅੰਮ੍ਰਿਤ ਵੇਲੇ ਉੱਠ ਕੇ ਦੇਖੋ, ਇੱਕ ਨਵਾਂ ਇਨਸਾਨ ਘੜਿਆ ਜਾਵੇਗਾ। ਸਾਰੇ ਵਕਾਰ, ਸਾਰੇ ਐਬ ਐਨ ਪਾਸੇ ਹੋ ਜਾਣਗੇ। ਇੱਕ ਬੇਹੱਦ ਚੰਗੇ ਇਨਸਾਨ ਦੀ ਸਿਰਜਣਾ ਹੋਵੇਗੀ ਆਪਣੇ ਅੰਦਰ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਰੱਬ ਦਾ ਨਾਮ ਜਪਾਂਗੇ। ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ 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 ਦਾ ਨਾਮ ਜਪ ਕਰਨ ਵਾਲਿਆਂ ਦੀ ਜਿਹੜੀ ਸੁਰਤ ਆ, ਪਵਿੱਤਰ ਹੋ ਜਾਂਦੀ ਆ, ਉੱਚੀ ਸੁੱਚੀ ਹੋ ਜਾਂਦੀ ਹੈ। ਸਤਿਗੁਰ ਜੀ ਫਰਮਾਉਂਦੇ ਨੇ, 5ਵੇਂ ਪਾਤਸ਼ਾਹ, ਗੁਣ ਗਾਵਤ ਤੇਰੀ ਉਤਰਸ ਮੈਲ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਵਾਹਿਗੁਰੂ 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 ਕਰਨ ਦੇ ਨਾਲ ਜਿੰਨੀ ਵੀ ਤੇਰੀ ਮੈਲ ਹੈ ਉਤਰ ਜਾਂਦੀ ਹੈ। ਕਿੰਨਾ ਸੌਖਾ ਕੰਮ ਹੈ। ਇਸ ਤੋਂ ਸੌਖਾ ਕੁਛ ਹੋਰ ਹੋ ਸਕਦਾ? ਕੁਛ ਵੀ ਨਹੀਂ ਕਰਨਾ, ਬਸ ਸਵੇਰੇ ਉੱਠਣਾ ਹੈ, ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ 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 ਦਾ ਨਾਮ ਜਪਣਾ। ਆਪਾਂ ਇੱਕ ਵਾਰੀ ਗੱਲ ਮੰਨ ਲਈਏ 5ਵੇਂ ਪਾਤਸ਼ਾਹ ਦੀ, ਅਗਲੀ ਵਾਰ ਜਦੋਂ ਆਪਾਂ ਟਰੈਵਲ ਕਰਨਾ ਹੋਵੇ ਜਾਂ ਡਰਾਈਵ ਕਰਨਾ ਹੋਵੇ, ਇੱਕ ਵਾਰੀ ਆਪਾਂ ਗਾਣੇ ਨਾ ਸੁਣੀਏ ਜਾਂ ਹੋਰ ਜਿਹੜੀ ਕੁਛ ਤੁਸੀਂ ਸੁਣਦੇ ਹੋ ਆਪਦੀ ਡੇਲੀ ਰੂਟੀਨ ਦੇ ਵਿੱਚ ਟਰੈਵਲ ਕਰਨ ਵੇਲੇ, ਜਾਂ ਜਦੋਂ ਵਿਹਲਾ ਸਮਾਂ ਹੁੰਦਾ ਹੈ, ਇੱਕ ਵਾਰੀ ਉਹ ਸਮਾਂ ਆਪਾਂ ਯੂਟੀਲਾਈਜ਼ ਕਰਕੇ ਦੇਖੀਏ। ਇੱਕ ਵਾਰ ਆਪਾਂ ਵਾਹਿਗੁਰੂ ਦਾ ਨਾਮ ਸਿਮਰਨ ਸੁਣ ਕੇ ਟਰੈਵਲ ਕਰੀਏ, ਜਾਂ ਫਿਰ ਕੋਈ ਵੀ ਬਾਣੀ, ਸੁਖਮਨੀ ਸਾਹਿਬ ਦਾ ਪਾਠ ਹੀ ਇੱਕ ਵਾਰੀ ਸੁਣ ਕੇ ਤੁਸੀਂ ਟਰੈਵਲ ਕਰੋ, ਤੁਹਾਨੂੰ ਬਹੁਤ ਵਧੀਆ ਲੱਗੇਗਾ। ਉਸ ਨੂੰ ਸੁਣਦੇ ਨਾਲ ਹੀ ਫਰਕ ਪੈਣਾ ਸ਼ੁਰੂ ਹੋ ਜਾਵੇਗਾ।
ਸਤਿਗੁਰੂ ਜੀ ਫਰਮਾਉਂਦੇ ਨੇ, ਸਰਮਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਏ ਬਹੁਤ ਅਨੂਪ। ਜੇ ਸੁਬਾਹ ਉੱਠ ਕੇ ਅੰਮ੍ਰਿਤ ਵੇਲਾ ਸਾਂਭੀਏ ਤਾਂ ਜ਼ਰੂਰ ਕੁਝ ਨਵਾਂ ਘੜਿਆ ਜਾਵੇਗਾ, ਕਿਉਂਕਿ ਬਾਹਰੋਂ ਕੁਝ ਨਹੀਂ ਲੈ ਕੇ ਆਉਣਾ, ਮਨ ਦੀ ਤਾਕਤ ਨਾਲ ਸਾਰਾ ਕੁਝ ਹੋ ਜਾਣਾ ਹੈ। ਉਹ ਅੱਗੇ ਕਹਿੰਦੇ ਨੇ, ਜਿਨ ਹਰ ਜਪਿਆ ਸੇ ਹਰ ਹੋਏ। ਜਿਨ੍ਹਾਂ ਨੇ ਹਰੀ ਨੂੰ ਜਪਿਆ ਹੈ, ਹਰੀ ਦਾ ਹੀ ਰੂਪ ਹੋ ਗਏ ਨੇ, ਉਹਨਾਂ ਨੇ ਕੱਢ ਲਿਆ ਆਪਣੇ ਆਪ ਨੂੰ। ਅੱਗੇ ਸਤਿਗੁਰੂ ਜੀ ਫਰਮਾਉਂਦੇ ਨੇ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਜਦੋਂ ਸੁਰਤ ਘੜੀ ਗਈ ਫਿਰ ਮਤ ਵੱਲ ਨੂੰ ਹੋਇਆ, ਗੁਰੂ ਦੀ ਮਤ ਅੰਦਰ ਪ੍ਰਵੇਸ਼ ਕਰ ਗਈ, ਘੜੀ ਗਈ, ਬੜੀ ਘੜੀ ਗਈ ਮਤ। ਹੁਣ ਕੋਈ ਵੀ ਭੈੜੀ ਮਤ ਦੀ ਗੱਲ ਨਹੀਂ ਕਰਦਾ, ਉੱਚੀਆਂ ਸੁੱਚੀਆਂ ਗੱਲਾਂ ਕਰਦਾ ਹੈ। ਵਾਹਿਗੁਰੂ ਵਾਹਿਗੁਰੂ ਕਰਦਿਆਂ ਇਨਸਾਨ ਦੀ ਮਤ ਵੀ ਚਮਕ ਜਾਵੇਗੀ। ਸਤਿਗੁਰੂ ਜੀ ਕਹਿੰਦੇ ਨੇ, ਅਗਲੀ ਚੀਜ਼ ਘੜੀ ਗਈ, ਮਨ ਦੇ ਵਿਚਾਰ ਘੜੇ ਗਏ। ਹੁਣ ਮਨੁੱਖ ਦੀ ਬੁੱਧੀ ਕੋਈ ਵੀ ਅਜਿਹਾ ਕੰਮ ਨਹੀਂ ਕਰੇਗੀ ਜਿਸ ਕਰਕੇ ਉਹਨੂੰ ਪਛਤਾਉਣਾ ਪਵੇ। ਅੱਗੇ ਆ ਗਿਆ ਕਰਮਖੰਡ, ਧਰਮਖੰਡ, ਗਿਆਨਖੰਡ, ਸਰਮਖੰਡ ਤੇ ਫਿਰ ਆ ਗਿਆ ਕਰਮਖੰਡ। ਇੱਥੇ ਸਤਿਗੁਰੂ ਜੀ ਨੇ ਹੁਕਮ ਸੁਣਾਇਆ, ਕਰਮਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ। ਕਰਮਖੰਡ ਦੀ ਬਾਣੀ 'ਚ ਬੜਾ ਬਲਵਾਨ ਹੋ ਗਿਆ, ਇੰਨਾ ਬਲਵਾਨ ਹੋ ਗਿਆ ਕਿ ਤਿੱਥੇ ਹੋਰ ਨਾ ਕੋਈ ਹੋਰ। ਅਸੀਂ ਅਜੇ ਤੱਕ ਉੱਥੇ ਨਹੀਂ ਪਹੁੰਚੇ। ਅੱਗੇ ਸਤਿਗੁਰੂ ਜੀ ਕਹਿੰਦੇ ਨੇ, ਤਿੱਥੇ ਜੋਧ ਮਹਾਬਲ ਸੂਰ, ਤਿਨ ਮੈਂ ਰਾਮ ਰਹਾ ਭਰਪੂਰ। ਜਦੋਂ ਪਰਮਾਤਮਾ ਦੀ ਬਖਸ਼ਿਸ਼ ਹੋ ਗਈ ਫਿਰ ਤਿੱਥੇ ਸੀ ਤੂੰ ਸੀਤਾ ਮਹਿਮਾ ਮਾਹੇ। ਇਹਦੀ ਜਿਹੜੀ ਸੁਰਤ ਹੈ ਕਰਮਖੰਡ 'ਚ ਜਾ ਕੇ ਉਹ ਸੀਤੀ ਗਈ ਹੈ, 24 ਘੰਟੇ ਮਹਿਮਾ 'ਚ ਸੀਤੀ ਗਈ ਹੈ ਸੁਰਤ। ਕਹਿੰਦੇ ਸੱਚਖੰਡ 'ਚ ਕੀ ਘੜਿਆ ਗਿਆ? ਸੱਚਖੰਡ 'ਚ ਸੁਰਤ, ਮਤ, ਮਨ ਅਤੇ ਬੁੱਧੀ ਘੜੀ ਗਈ। ਇੱਥੇ ਆ ਕੇ ਕਰਮਖੰਡ 'ਚ ਕੀ ਘੜਿਆ? ਇੱਥੇ ਆ ਕੇ ਘੜੀਏ ਸ਼ਬਦ ਸੱਚੀ ਟਕਸਾਲ। ਸੱਚਖੰਡ 'ਚ ਘੜੀ ਗਈ ਸੁਰਤ, ਮਤ, ਮਨ ਅਤੇ ਬੁੱਧ, ਤੇ ਕਰਮਖੰਡ 'ਚ ਧਰਤੀ ਤੇ ਆ ਕੇ ਘੜੀਏ ਸ਼ਬਦ ਸੱਚੀ ਟਕਸਾਲ। ਪਹਿਲਾਂ ਸੁਰਤ ਘੜੀ ਗਈ ਸੀ ਤੇ ਹੁਣ ਸ਼ਬਦ ਘੜੇ ਗਏ ਨੇ। ਸੱਚੀ ਟਕਸਾਲ ਦੇ ਸ਼ਬਦ ਜਦ ਘੜੇ ਗਏ ਫਿਰ ਮਨੁੱਖ ਦਾ ਸਿੱਧਾ ਰਾਬਤਾ ਸੱਚਖੰਡ ਨਾਲ ਹੋ ਜਾਂਦਾ ਹੈ। ਫਿਰ ਉਹ ਮਨੁੱਖ ਸੱਚ ਦਾ ਹੀ ਪੱਲਾ ਫੜ ਕੇ ਰੱਖਦੇ ਨੇ, ਜੋ ਦੇਖਦੇ ਨੇ ਉਹੀ ਬੋਲਦੇ ਨੇ। ਜੇ ਜ਼ੁਲਮ ਹੁੰਦਾ ਹੈ ਤਾਂ ਉਹ ਦੇਖ ਕੇ ਚੁੱਪ ਨਹੀਂ ਵੱਟਦੇ। ਅੱਜ ਅਸੀਂ ਬਥੇਰੇ ਅਖੌਤੀ ਸੰਤ ਦੇਖਦੇ ਹਾਂ, ਸਮਾਜਿਕ ਬੁਰਾਈਆਂ ਦੇ ਅੱਗੇ ਨਹੀਂ ਬੋਲਦੇ। ਕਿੰਨੇ ਕੁਫਰ ਤੋਲੇ ਜਾਂਦੇ ਨੇ ਅੱਜ ਦੇ ਸਮਾਜ ਦੇ ਵਿੱਚ। ਸਿੱਖੀ ਦਾ ਘਾਣ ਹੋ ਰਿਹਾ ਹੈ, ਮਨੁੱਖਤਾ ਦਾ ਘਾਣ ਹੋ ਰਿਹਾ, ਕੁਦਰਤ ਦਾ ਘਾਣ ਹੋ ਰਿਹਾ ਹੈ, ਪਰ ਇਹ ਜਿਹੜੇ ਸੰਤ ਨੇ ਇਹ ਚੁੱਪ ਰਹਿੰਦੇ ਨੇ। ਇਹਨਾਂ ਨੂੰ ਆਪਦੇ ਕੋਈ ਪੋਲੀਟੀਕਲ ਫਾਇਦੇ ਹੁੰਦੇ ਨੇ ਜਾਂ ਕੋਈ ਹੋਰ ਆਰਥਿਕ ਜਾਂ ਸਮਾਜਿਕ ਲਾਭ ਦੇ ਤੌਰ 'ਤੇ ਚੁੱਪ ਰਹਿੰਦੇ ਨੇ। ਬਥੇਰੇ ਸਾਡੇ ਵਰਗੇ ਡਿਜੀਟਲ ਪਲੇਟਫਾਰਮ 'ਤੇ ਬੈਠ ਕੇ ਬੋਲ ਲੈਂਦੇ ਨੇ, ਲੋਕਾਂ ਦੇ ਬਾਰੇ ਵੀ ਬੋਲਦੇ ਨੇ, ਹੋਰ ਵੀ ਜਿੰਨੇ ਕਰੰਟ ਇਸ਼ੂਜ਼ ਹੁੰਦੇ ਨੇ, ਕਰੰਟ ਟੌਪਿਕ ਹੁੰਦੇ ਨੇ, ਬੋਲ ਲੈਂਦੇ ਨੇ। ਪਰ ਕਿਸੇ ਦੀ ਇੰਨੀ ਹਿੰਮਤ ਨਹੀਂ ਕਿ ਜ਼ਮੀਨ 'ਤੇ ਜਾ ਕੇ ਜ਼ਮੀਨੀ ਹਕੀਕਤ ਦਾ ਸਾਹਮਣਾ ਕਰੇ ਅਤੇ ਸੱਚ ਵਿੱਚ ਸੰਤ ਵਾਲਾ ਕੋਈ ਕਾਰਨਾਮਾ ਕਰਕੇ ਦਿਖਾਵੇ। ਸਤਿਗੁਰੂ ਜੀ ਕਹਿੰਦੇ ਨੇ ਕਿ ਸੁਬਾਹ ਉੱਠ, ਅੰਮ੍ਰਿਤ ਵੇਲਾ ਸਾਂਭ, ਜ਼ਿੰਦਗੀ ਕਿਸੇ ਅਰਥ ਲੱਗੇ। ਸਾਰੀ ਜ਼ਿੰਦਗੀ ਪੈਸਾ ਬਣਾਉਂਦਿਆਂ ਲੰਘ ਜਾਂਦੀ ਹੈ। ਚਲੋ ਜ਼ਿੰਦਗੀ ਛੱਡ ਦਈਏ ਜਾਂ ਆਪਾਂ ਦਿਨ ਦੀ ਗੱਲ ਕਰੀਏ ਤਾਂ ਸਾਰਾ ਦਿਨ ਇੱਧਰ ਉੱਧਰ ਦੀ ਭੱਜ ਦੌੜ 'ਚ ਨਿਕਲ ਜਾਂਦਾ। ਸਾਰਾ ਦਿਨ ਆਪਾਂ ਦੁਨਿਆਵੀ ਕੰਮਾਂ ਕਾਰਾਂ 'ਚ ਭੱਜੇ ਫਿਰਦੇ ਹਾਂ ਪੈਸਾ ਬਣਾਉਣ ਪਿੱਛੇ। ਜੇਕਰ ਅੰਮ੍ਰਿਤ ਵੇਲਾ ਕੱਢ ਲਈਏ, ਆਪਣਾ ਇਹ ਜਿਹੜਾ ਸਮਾਂ ਇਹਨੂੰ ਅੰਮ੍ਰਿਤ ਵੇਲੇ ਉੱਠ ਕੇ ਆਪਾਂ ਯੂਟੀਲਾਈਜ਼ ਕਰ ਸਕਦੇ ਹਾਂ। ਚਾਹੇ ਜਿੰਨਾ ਵੀ ਮਰਜ਼ੀ ਕੰਮ ਹੋਵੇ ਸਾਰੇ ਦਿਨ 'ਚ, ਚਾਹੇ 100 ਵਾਰੀ ਬੰਦਾ ਮਸ਼ਰੂਫ ਹੋਵੇ, ਪਰ ਜੇਕਰ ਅੰਮ੍ਰਿਤ ਵੇਲਾ ਕੱਢ ਲਵੇ ਤਾਂ ਕੋਈ ਵੱਡੀ ਗੱਲ ਨਹੀਂ, ਕੋਈ ਹਰਜ ਨਹੀਂ, ਕਿਉਂਕਿ ਇਹ ਆਪਾਂ ਆਪਣੇ ਲਈ ਕੱਢਣਾ, ਸਤਿਗੁਰ ਲਈ ਨਹੀਂ ਕੱਢਣਾ। ਅੰਮ੍ਰਿਤ ਵੇਲੇ ਕੱਢਣ 'ਚ ਸਤਿਗੁਰ ਦਾ ਲਾਭ ਥੋੜ੍ਹੀ ਹੈ ਕੋਈ। ਅੰਮ੍ਰਿਤ ਵੇਲਾ ਸਾਂਭਣ ਦੇ ਵਿੱਚ ਸਾਡਾ ਆਪਣਾ ਹੀ ਫਾਇਦਾ ਹੈ। ਸਤਿਗੁਰ ਨੂੰ ਅੰਮ੍ਰਿਤ ਵੇਲੇ ਵਿੱਚ ਥੋੜ੍ਹੀ ਕੁਛ ਮਿਲਣਾ। ਸਤਿਗੁਰ ਨੇ ਸਾਨੂੰ ਕਿਹਾ ਕਿ ਸਾਨੂੰ ਕੁਛ ਮਿਲਣਾ, ਸਾਡਾ ਆਪਣਾ ਲਾਭ ਹੈ, ਸਾਨੂੰ ਹੀ ਫਾਇਦਾ ਹੈ, ਸਾਡੇ ਹੀ ਲਾਭ ਹਨ, ਸਾਡਾ ਹੀ ਆਪਣਾ ਆਪਾ ਸਵਾਰਿਆ ਜਾਵੇਗਾ। ਆਹ ਸਮਾਂ ਜਿਹੜਾ ਚੱਲ ਰਿਹਾ ਹੈ, ਇਸ ਨੂੰ ਜੂਨ ਦਾ, ਜੁਲਾਈ ਦਾ ਸਮਾਂ ਕਹਿ ਲਓ ਜਾਂ ਜੇਠ ਹਾੜ ਦਾ ਸਮਾਂ ਕਹਿ ਲਓ, ਸਾਰਾ ਦਿਨ ਗਰਮੀ ਹੁੰਦੀ ਹੈ, ਪਰ ਜਦੋਂ ਤੁਸੀਂ ਅੰਮ੍ਰਿਤ ਵੇਲੇ ਕਦੀ ਉੱਠੋਗੇ ਤਾਂ ਦੇਖਿਓ ਕਿੰਨਾ ਸੁਹਾਵਣਾ ਮੌਸਮ ਹੁੰਦਾ ਹੈ। ਚਾਰ ਚੁਫੇਰੇ ਸ਼ਾਂਤੀ ਪਸਰੀ ਹੁੰਦੀ ਹੈ, ਦੂਰ ਦਰੇਡੇ ਕੋਇਲਾਂ ਦੀ ਆਵਾਜ਼ ਆਉਂਦੀ ਹੈ, ਪੰਛੀਆਂ ਦੀ ਆਵਾਜ਼ ਆਉਂਦੀ ਹੈ। ਇੰਨਾ ਪੋਜ਼ਿਟਿਵ ਵਾਤਾਵਰਨ ਹੁੰਦਾ ਅੱਜ ਦੇ ਦਿਨਾਂ ਦੇ ਵਿੱਚ। ਜੇਕਰ ਲਾਹਾ ਲੈਣਾ ਸ਼ੁਰੂ ਕਰਨਾ, ਅਜੇ ਤੱਕ ਕਿਸੇ ਦਾ ਸ਼ਡਿਊਲ ਨਹੀਂ ਬਣਿਆ, ਤਾਂ ਬਿਲਕੁਲ ਸਹੀ ਸਮਾਂ ਹੈ। ਕੱਲ੍ਹ ਤੋਂ ਹੀ ਅਲਾਰਮ ਲਾ ਕੇ ਸੁਬਾਹ 3:30, 4 ਜਾਂ 4:30, ਜਿਹੜਾ ਨਹੀਂ ਅਜੇ ਉੱਠਦਾ ਉਹ ਇੱਕ ਵਾਰੀ 4:30, 5 ਵਜੇ ਤੋਂ ਹੀ ਸਟਾਰਟ ਕਰੇ। ਜਦੋਂ ਅੰਮ੍ਰਿਤ ਵੇਲੇ ਜਪਜੀ ਸਾਹਿਬ ਪੜ੍ਹੋਗੇ ਤਾਂ ਸਾਰਾ ਵਾਤਾਵਰਨ, ਸਾਰੀ ਕਾਇਨਾਤ ਬੇਹੱਦ ਪਵਿੱਤਰ ਦਿਸੇਗੀ। ਇੱਕ ਵਾਰ ਕੱਲ੍ਹ ਤੋਂ ਹੀ ਅਜਿਹਾ ਅਭਿਆਸ ਸ਼ੁਰੂ ਕਰੋ, ਇਹ ਸਭ ਮਹਿਸੂਸ ਕਰਕੇ ਦੇਖੋ, ਫਿਰ ਤਾਂ ਆਪੇ ਕੁਝ ਦਿਨਾਂ ਦੇ ਵਿੱਚ ਹੀ ਆਦਤ ਬਣ ਜਾਵੇਗੀ, ਨੇਮ ਬਣ ਜਾਵੇਗਾ। ਜਿਸ ਦੇ ਬਾਰੇ ਸਤਿਗੁਰੂ ਨੇ ਨਿਤਨੇਮ ਕਿਹਾ, ਨਿਤਨੇਮ ਦੀ ਆਦਤ ਹੌਲੀ ਹੌਲੀ ਪੈ ਜਾਵੇਗੀ।
ਸੋ ਇੰਨੀਆਂ ਕੁ ਬੇਨਤੀਆਂ ਅੱਜ ਪ੍ਰਵਾਨ ਕਰਨਾ ਜੀ। ਬਾਣੀ ਪੜ੍ਹਦਿਆਂ ਸੁਣਦਿਆਂ ਅਨੇਕਾਂ ਪ੍ਰਕਾਰ ਦੀਆਂ ਤਰੁੱਟੀਆਂ ਗਲਤੀਆਂ ਹੋਈਆਂ ਹੋਣਗੀਆਂ, ਮਾਫ਼ ਕਰਿਓ। ਵਾਹਿਗੁਰੂ ਦੇ ਅੱਗੇ ਅਰਦਾਸ ਕਰਾਂਗੇ ਕਿ ਅੱਗੇ ਤੋਂ ਸਹੀ ਤਰੀਕੇ ਨਾਲ ਬਾਣੀ ਪੜ੍ਹ ਸੁਣ ਸਕਣ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।